ਹੈਲੋ ਦੋਸਤੋ, ਮੋਸਟ ਵੈਲਕਮ ਇੱਕ ਹੋਰ ਵੀਡੀਓ ਦੇ ਵਿੱਚ। ਤਾਂ ਆਪਾਂ ਹੁਣ ਅੱਜ ਕਰਨ ਜਾ ਰਹੇ ਹਾਂ ਆਪਣਾ ਸੈਕਿੰਡ ਜਿਹੜਾ ਲੈਕਚਰ ਹੈਗਾ ਹਿੰਦੀ ਦੇ ਫਸਟ ਲੈਕਚਰ ਦੇ ਵਿੱਚ ਆਪਾਂ ਕੀ ਕੀਤਾ ਸੀਗਾ। ਤੁਹਾਨੂੰ ਪਹਿਲਾਂ ਟੌਪਿਕ ਦੱਸਦਾ ਮੈਂ ਕਿ ਟੌਪਿਕ ਆਪਣਾ ਹੈਗਾ ਸੀਗਾ ਭਾਸ਼ਾ। ਠੀਕ ਹੈ, ਭਾਸ਼ਾ ਔਰ ਲਿਪੀ ਸਿਲੇਬਸ ਦੇ ਵਿੱਚ ਹੈਗਾ ਸਟਾਰਟਿੰਗ ਫਸਟ ਬਿਲਕੁਲ ਹੈਗਾ। ਇਸ ਤੋਂ ਬਾਅਦ ਹੀ ਸਾਰਾ ਜਿੰਨਾ ਵੀ ਆਪਣਾ ਚੱਲਣਾ ਹਿੰਦੀ ਦਾ ਸਿਲੇਬਸ ਸਟੈਪ ਬਾय ਸਟੈਪ ਚੱਲਣਾ। ਜੇ ਇੱਕ ਵੀ ਲੈਕਚਰ ਤੁਸੀਂ ਮਿਸ ਕਰਤਾ ਵਿੱਚੋਂ ਤਾਂ ਫਿਰ ਤੁਹਾਨੂੰ ਪ੍ਰੋਪਰ ਸਮਝ ਨਹੀਂ ਆਣੀ, ਕਿਉਂਕਿ ਟਾਈਮ ਟੂ ਟਾਈਮ ਨਿੱਕੀਆਂ ਚੀਜ਼ਾਂ ਡਿਟੇਲ ਦੇ ਵਿੱਚ ਦੱਸਦਾ ਰਹੂੰਗਾ ਮੈਂ। ਫਸਟ ਲੈਕਚਰ ਦੇ ਵਿੱਚ ਰੀਕੈਪ ਕਰਾ ਦਿੰਦੇ ਆਪਾਂ ਥੋੜ੍ਹਾ ਜਿਹਾ ਹੁਣ ਕਿ ਉਹਦੇ ਵਿੱਚ ਕੀ ਸੀਗਾ। ਫਸਟ ਲੈਕਚਰ ਦੇ ਵਿੱਚ ਸੀਗਾ ਕਿ ਭਾਸ਼ਾ ਇੱਕ ਤਾਂ ਜਿਹੜੇ ਸਿੰਪਲ ਵਰਡਸ ਦੇ ਵਿੱਚ ਜਿਹਨੂੰ ਪਰਿਭਾਸ਼ਾ ਆਪਾਂ ਕਹਿ ਦਿੰਦੇ ਹਾਂ, ਪਰਿਭਾਸ਼ਾ ਕੀ ਸੀ ਭਾਸ਼ਾ ਦੀ। ਠੀਕ ਹੈ, ਸੈਕਿੰਡ ਆਪਾਂ ਕੀ ਕੀਤਾ ਸੀਗਾ ਕਿ ਇਹਦੀ ਹਿੰਦੀ ਦੀ ਜਿਹੜੀ ਉਤਪਤੀ ਭਾਸ਼ਾ ਦੀ ਕਿਵੇਂ ਕਿੱਥੋਂ ਕਿਹੜੀਆਂ ਚੀਜ਼ਾਂ ਨਾਲ ਹੋਈ, ਉਹਨਾਂ ਦੇ MCQ ਵੀ ਆਪਾਂ ਬਣਾਏ ਸੀ, ਤੁਹਾਨੂੰ ਮੈਂ ਜਿਹੜਾ ਮੌਖਿਕ ਰੂਪ ਵਿੱਚ ਦੱਸਦੇ ਸੀਗੇ। ਅਤੇ ਉਸ ਤੋਂ ਬਾਅਦ ਕੀ ਸੀ, ਭਾਸ਼ਾ ਦੇ ਰੂਪ ਵੀ ਕੀਤੇ ਸੀ ਆਪਾਂ ਨਾਲ। ਠੀਕ ਹੈ, ਉਸ ਤੋਂ ਬਾਅਦ ਆਪਾਂ ਹਿੰਦੀ ਨੂੰ ਲੈ ਕੇ ਕੁਛ ਕੁ ਮੇਨ ਪੁਆਇੰਟ ਕੀਤੇ ਸੀ, ਜਿਵੇਂ ਇਹਦਾ ਕੀ ਸੀਗਾ ਕਿ 14 ਸਤੰਬਰ ਨੂੰ 1949 ਵਿੱਚ ਇਹਨੇ ਰਾਜ ਭਾਸ਼ਾ ਤੁਹਾਨੂੰ ਇੱਕ ਚੀਜ਼ ਦੇ ਵਿੱਚ ਡਿਟੇਲ ਦੇ ਵਿੱਚ ਦੱਸਿਆ ਸੀਗਾ। ਤਾਂ ਅੱਜ ਦੇ ਆਪਾਂ ਲੈਕਚਰ ਦੇ ਵਿੱਚ ਕੀ ਕਰਨਾ, ਪਹਿਲਾਂ ਤਾਂ ਉਹ ਬੱਚੇ ਜਿਨ੍ਹਾਂ ਨੇ ਪਿਛਲਾ ਲੈਕਚਰ ਨਹੀਂ ਦੇਖਿਆ ਤਾਂ ਜ਼ਰੂਰ ਜਾ ਕੇ ਦੇਖ ਲਓ, ਕਿਉਂਕਿ ਉਹਨਾਂ ਨੂੰ ਫਿਰ ਪਤਾ ਨਹੀਂ ਲੱਗਣਾ ਕਿ ਇਸ ਲੈਕਚਰ ਦੇ ਵਿੱਚ ਕਰਨਾ ਕੀ ਆਪਾਂ। ਤਾਂ ਹੁਣ ਇਸ ਲੈਕਚਰ ਦੇ ਵਿੱਚ ਆਪਾਂ ਅੱਜ ਕੀ ਕਰਨਾ, ਇਸ ਲੈਕਚਰ ਦੇ ਵਿੱਚ ਆਪਾਂ ਦੋ ਚੀਜ਼ਾਂ ਕਰਾਂਗੇ ਮੇਨ। ਇੱਕ ਤਾਂ ਲਿਪੀ ਬਾਰੇ ਥੋੜ੍ਹੀ ਜਿਹੀ ਡਿਸਕਸ਼ਨ ਕਰਾਂਗੇ ਕਿ ਲਿਪੀ ਕੀ ਹੈ, ਇਹਦੀ ਮੇਨ ਪਰਿਭਾਸ਼ਾ। ਠੀਕ ਹੈ, ਫਿਰ ਉਦੋਂ ਬਾਅਦ ਲਿਪੀ ਦੇ ਵਿੱਚ ਆਪਣੇ ਕੋਲ ਹਿੰਦੀ ਲਿਪੀ ਦੇ ਵਿੱਚ ਕੀ ਚੀਜ਼ਾਂ ਆ ਜਾਣਗੀਆਂ ਆਪਣੀਆਂ ਸਵਰ ਬਾਰੇ ਡਿਟੇਲ ਦੇ ਵਿੱਚ ਗੱਲ ਅੱਗੇ ਉਹ ਆਉਂਦੇ ਵਰਨ ਵਿਚਾਰ ਦੇ ਵਿੱਚ। ਠੀਕ ਹੈ, ਉਹ ਵਰਨ ਵਿਚਾਰ ਦਾ ਟੌਪਿਕ ਹੈ ਜਿਹੜਾ ਇੰਨਾ ਕੁ ਜ਼ਿਆਦਾ ਡਿਟੇਲ ਦੇ ਵਿੱਚ ਕਰਵਾਊਂਗਾ ਮੈਂ ਕਿ ਆਈ ਥਿੰਕ ਤੁਸੀਂ ਬੁੱਕਸ ਦੇ ਵਿੱਚੋਂ ਵੀ ਜਾਂ ਕਿਤੋਂ ਨਹੀਂ ਸੁਣਿਆ ਹੋਣਾ ਉਹ। ਤਾਂ ਹੁਣ ਆਪਣਾ ਕੀ ਹੈ, ਅੱਜ ਆਪਾਂ ਕੀ ਕਰਨਾ, ਲਿਪੀ ਬਾਰੇ ਡਿਸਕਸ਼ਨ ਥੋੜ੍ਹੀ ਜਿਹੀ। ਫਿਰ ਆਪਾਂ ਜਿਹੜਾ ਭਾਸ਼ਾ ਦਾ ਲਾਸਟ ਆਪਣੇ ਕੋਲ ਟੌਪਿਕ ਰਹਿ ਗਿਆ ਸੀਗਾ ਜਿਹਨੂੰ ਆਪਾਂ ਬੋਲੀ ਕਹਿ ਦਿੰਦੇ ਹਾਂ। ਠੀਕ ਹੈ, ਬੋਲੀਆਂ ਜਿਹਨੂੰ ਆਪਾਂ ਉਪਭਾਸ਼ਾਵਾਂ ਵੀ ਕਹਿ ਦਿੰਦੇ ਹਾਂ ਪੰਜਾਬੀ ਦੇ ਵਿੱਚ, ਉਹਨਾਂ ਵਿੱਚ ਹਿੰਦੀ ਸਬਜੈਕਟ ਹੈ, ਹਿੰਦੀ ਬਾਰੇ ਗੱਲ ਕਰਾਂਗੇ। ਤਾਂ ਚਲੋ ਆਪਾਂ ਸ਼ੁਰੂ ਕੀਤੇ ਬਿਨਾਂ ਟਾਈਮ ਵੇਸਟ ਕੀਤੇ ਹੋਏ। ਤੁਹਾਨੂੰ ਕੋਈ ਲਾਈਕ ਸ਼ੇਅਰ ਦਾ ਕੋਈ ਮੈਂ ਜਿਹੜਾ ਕਹਿ ਲਓ ਕਿ ਨਹੀਂ ਕਹਿਣ ਵਾਲਾ, ਕਿਉਂਕਿ ਤੁਸੀਂ ਜੇ ਲੈਕਚਰ ਪਸੰਦ ਆਇਆ ਤਾਂ ਬੱਚੇ ਆਪਣੋ ਆਪ ਕਰਕੇ ਲਾਈਕ ਸ਼ੇਅਰ ਅਤੇ ਨਾਲਦਿਆਂ ਨੂੰ ਸ਼ੇਅਰ ਜ਼ਰੂਰ ਕਰ ਦੇਣਗੇ। ਤਾਂ ਚਲੋ ਹੁਣ ਸੈਕਿੰਡ ਲੈਕਚਰ ਸਟਾਰਟ ਕਰਦੇ ਹਾਂ ਆਪਾਂ ਹਿੰਦੀ ਦਾ। ਤਾਂ ਹਿੰਦੀ ਦੇ ਸੈਕਿੰਡ ਲੈਕਚਰ ਦੀ ਸ਼ੁਰੂਆਤ ਆਪਾਂ ਕਰਾਂਗੇ ਸਭ ਤੋਂ ਪਹਿਲਾਂ ਕਿ ਆਪਣਾ ਬੋਲੀ ਤੋਂ। ਠੀਕ ਹੈ, ਕਿਉਂਕਿ ਆਪਣਾ ਜਿਹੜਾ ਹੋ ਗਿਆ ਸੀ ਭਾਸ਼ਾ ਦਾ ਤੁਹਾਨੂੰ ਮੈਂ ਪ੍ਰੋਪਰ ਦੱਸਤਾ ਸੀਗਾ। ਤਾਂ ਹੁਣ ਆਪਾਂ ਬੋਲੀ ਤੋਂ ਸ਼ੁਰੂਆਤ ਕਰਾਂਗੇ ਕਿ ਬੋਲੀ ਦੀ ਪਹਿਲਾਂ ਛੋਟੀ ਜਿਹੀ ਪਰਿਭਾਸ਼ਾ ਕਰ ਲਾਂਗੇ ਕਿ ਬੋਲੀ ਹੈ ਕੀ। ਦੇਖੋ, ਭਾਸ਼ਾ ਤਾਂ ਆਪਣੀ ਉਹ ਹੁੰਦੀ ਹੈ ਜਦੋਂ ਆਪਾਂ ਕਿਸੇ ਨੂੰ ਮਨ ਦੇ ਵਿਚਾਰ ਅਤੇ ਆਪਣੇ ਭਾਵ ਸਾਰੇ ਪ੍ਰਗਟ ਕਰਦੇ ਹਾਂ ਤਾਂ ਉਹਨੂੰ ਆਪਾਂ ਨੋਰਮਲ ਜਿਹੜਾ ਕਹਿੰਦੇ ਹਾਂ ਭਾਸ਼ਾ। ਠੀਕ ਹੈ, ਤਾਂ ਬੋਲੀ ਕੀ ਹੈ, ਭਾਸ਼ਾ ਦਾ ਹੀ ਇੱਕ ਜਿਹੜਾ ਰੂਪ ਹੈ। ਠੀਕ ਹੈ, ਜਿਹੜੀ ਜੇ ਪੁੱਛਿਆ ਜਾਵੇ ਕਿ ਬੋਲੀ ਬਣੀ ਕਿੱਥੋਂ ਹੈ ਤਾਂ ਉਹ ਭਾਸ਼ਾ ਤੋਂ ਹੀ ਬਣੀ ਹੈ। ਅਤੇ ਜੇ ਪੁੱਛਿਆ ਜਾਵੇ ਕਿਉਂ ਬਣੀ ਹੈ, ਦੇਖੋ ਇਹ ਤਾਂ ਤੁਹਾਨੂੰ ਪਤਾ ਹੈ ਕਿ ਭਾਰਤ ਵਿੱਚ ਕਿੰਨੇ ਹੀ ਜਾਤਾਂ ਧਰਮਾਂ ਦੇ ਲੋਕ ਰਹਿੰਦੇ ਆ। ਉਹਨਾਂ ਨੇ ਆਪਣੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਕੇ, ਹੁਣ ਦੇਖੋ ਹੁਣ ਭਾਰਤ ਦੇ ਵਿੱਚ ਕਿਤੇ ਵੀ ਜਾਓਗੇ, ਠੀਕ ਹੈ, ਸਟੇਟ ਹੋ ਗਈ ਕੋਈ ਤੁਹਾਡੀ, ਕਿਤੇ ਵੀ ਜਾਓਗੇ ਉਹਦੇ ਵਿੱਚ ਕੀ ਹੈ ਕਿ ਬਹੁਤ ਸਾਰੀਆਂ ਤੁਹਾਨੂੰ ਬੋਲੀਆਂ ਸੁਣਨ ਨੂੰ ਮਿਲਣਗੀਆਂ ਜਾਂ ਉਹੀ ਭਾਸ਼ਾ ਦੇ ਰੂਪ ਸੁਣਨ ਨੂੰ ਮਿਲਣਗੇ, ਪਰ ਉਹਨੂੰ ਆਪਾਂ ਕੀ ਕਹਿੰਦੇ ਨੇ, ਟੁੱਟੀ ਫੁੱਟੀ ਵੀ ਕਹਿ ਦਿੰਦੇ ਹਾਂ। ਠੀਕ ਹੈ, ਟੁੱਟ ਫੁੱਟ ਭਾਸ਼ਾ ਦੀ। ਤਾਂ ਉਹ ਟੁੱਟ ਫੁੱਟ ਨੇ ਕਾਹਦਾ ਰੂਪ ਧਾਰਨ ਕਰ ਲਿਆ, ਬੋਲੀ ਦਾ ਜਾਂ ਉਪਭਾਸ਼ਾ ਦਾ। ਜਿਵੇਂ ਹੁਣ ਦੇਖੋ ਕਿ ਜਿਵੇਂ ਆਪਣੇ ਪੰਜਾਬੀ ਦੇ ਵਿੱਚ ਵੀ ਹੈਗੀ ਹੈ, ਤੁਹਾਨੂੰ ਪਹਿਲਾਂ ਜਿਹੜਾ ਨੌਲੇਜ ਆਉਂਦੇ ਬਾਰੇ ਦੱਸਦਾ। ਮਾਲਵਾ ਹੋ ਗਿਆ, ਮਾਝੇ ਏਰੀਆ ਹੋ ਗਿਆ। ਠੀਕ ਹੈ, ਇਹ ਸਾਰਿਆਂ ਦੇ ਵਿੱਚ ਕੀ ਹੈ, ਜ਼ਿਲ੍ਹੇ ਆਉਂਦੇ ਹੈ। ਫਿਰ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਬੋਲੀ ਜਾਂਦੀ ਹੈ ਉਹਨੂੰ ਆਪਾਂ ਕੀ ਹੈ, ਉਪਭਾਸ਼ਾਵਾਂ। ਅਤੇ ਇੱਕ ਹੋਰ ਚੀਜ਼ ਨੋਟ ਕਰਨ ਵਾਲੀ ਇਹਦੇ ਵਿੱਚ ਕਿ ਜਿਹੜੀ ਬੋਲੀ ਹੈ ਸਿਰਫ ਬੋਲੀ ਜਾਂਦੀ ਹੈ। ਜਿਵੇਂ ਭਾਸ਼ਾ ਦੇ ਵਿੱਚ ਤਾਂ ਬਹੁਤ ਵੱਡਾ ਵਿਆਕਰਨ ਆਉਂਦਾ। ਕਿਉਂ ਆਉਂਦਾ, ਕਿਉਂਕਿ ਭਾਸ਼ਾ ਨੂੰ ਆਪਾਂ ਸਹੀ ਤਰੀਕੇ ਨਾਲ ਲਿਖਣਾ ਵੀ ਹੈ ਅਤੇ ਬੋਲਣਾ ਵੀ ਹੈ। ਪਰ ਬੋਲੀ ਨੂੰ ਸਿਰਫ ਬੋਲਣਾ ਹੈ। ਬੋਲੀ ਦਾ ਕੰਮ ਹੀ ਇਹ ਹੈ ਕਿ ਆਪਾਂ ਸਿਰਫ ਬੋਲ ਕੇ ਇੱਕ ਦੂਸਰੇ ਨਾਲ ਜਿਹੜੇ ਕਿ ਵਿਚਾਰ ਪ੍ਰਗਟ ਕਰਨੇ। ਮੈਂ ਜਿੰਨੀ ਸੌਖੀ ਹੋਣ ਦੀ ਕੋਸ਼ਿਸ਼ ਕਰ ਸਕਦਾ ਹਾਂ ਕਿ ਹੋ ਸਕੇ ਪਰਿਭਾਸ਼ਾ, ਤਾਂ ਉਹ ਕਰਤੀ ਹੁਣ ਮੈਂ। ਤਾਂ ਹੁਣ ਆਪਾਂ ਇਹਦੇ ਵਿੱਚ ਕਰਾਂਗੇ ਹਿੰਦੀ ਦੀਆਂ। ਠੀਕ ਹੈ, ਹਿੰਦੀ ਦੀਆਂ ਬੋਲੀਆਂ ਆਪਣੇ ਕੋਲ ਕਿਹੜੀਆਂ ਧਿਆਨ ਨਾਲ ਸੁਣ ਲਿਓ। ਨਾਲ ਮੈਂ ਤੁਹਾਨੂੰ ਜਿਹੜੀਆਂ ਸਟੇਟਸ ਹੈ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਹਿੰਦੀ ਸ਼ਾਸਿਤ ਜਾਂ ਕਹਿ ਲਓ ਹਿੰਦੀ ਦੇ ਜਿਹੜਾ ਹਿੰਦੀ ਕੇਂਦਰਿਤ ਪ੍ਰਦੇਸ਼ ਜਿਹਨਾਂ ਨੂੰ ਕਹਿੰਦੇ ਆਪਾਂ, ਕਿਹੜੇ ਆਉਂਦੇ ਆ। ਸਭ ਤੋਂ ਪਹਿਲਾਂ ਤਾਂ ਆਪਣੇ ਕੋਲੇ ਜੇ ਪੁੱਛਿਆ ਜਾਵੇ ਕੁਐਸਚਨ MCQ, ਤੁਹਾਨੂੰ ਮੈਂ MCQ ਵੀ ਕਰਾਊਂਗਾ ਐਂਡ 'ਤੇ कि हिंदी नू बोली के आधार पे, ठीक है, हिंदी को बोली के आधार पर कितने वर्गों में बांटा गया। तो अपना आंसर क्या होगा,
5 ਨੋਟ ਕਰ ਲਿਓ ਸਾਰੇ ਬੱਚੇ। ਹਿੰਦੀ ਨੂੰ ਬੋਲੀ ਦੇ ਆਧਾਰ ਤੇ ਕਿੰਨੇ ਵਰਗਾਂ ਵਿੱਚ, ਉਪਭਾਸ਼ਾ ਦੇ ਆਧਾਰ ਤੇ ਕਿੰਨੇ ਵਰਗਾਂ ਵਿੱਚ ਵੰਡਿਆ ਗਿਆ? ਉਹ ਕੀ ਆਊਗਾ ਆਪਣਾ 5 ਵਰਗਾਂ ਵਿੱਚ। ਤਾਂ ਹੁਣ ਵਰਗ ਸੁਣ ਲਿਓ ਧਿਆਨ ਨਾਲ, ਮੈਂ ਤੁਹਾਨੂੰ ਪ੍ਰੋਪਰ ਸ਼ੀਟ ਤੇ ਲਿਖ ਦਿੰਦਾ ਸਾਰੇ। ਨਾਲ ਨਾਲ ਜੇ ਬੱਚੇ ਨੇ ਲਿਖਣੇ ਆ ਮੈਂ ਸਲੋ ਲਿਖ ਦੂੰਗਾ, ਨਾਲ ਡਿਟੇਲ ਵੀ ਦੱਸੀ ਜਾਊਂਗਾ। ਤੇ ਜੇ ਲਿਖਣੇ ਆ ਤਾਂ ਜ਼ਰੂਰ ਤੁਸੀਂ ਲਿਖ ਸਕਦੇ ਆ, ਨਹੀਂ ਤਾਂ ਵੀਡੀਓ ਬਾਅਦ ਦੇ ਵਿੱਚ ਦੁਬਾਰਾ ਦੇਖੋਗੇ ਤਾਂ ਉਦੋਂ ਪੌਜ਼ ਕਰਕੇ ਲਿਖ ਲਿਓ। ਹੁਣ ਆਪਣੇ ਮੈਂ 5 ਵਰਗ ਲਿਖਣ ਲੱਗਿਆ, 5, ਠੀਕ ਹੈ, ਵਰਗੋਂ में बांटा गया। ਹੁਣ ਫਸਟ ਆਪਣੇ ਕੋਲ ਕੀ ਆਂਦਾ? ਫਸਟ ਆਪਣੇ ਕੋਲ ਆਊਗਾ ਬਿਹਾਰੀ, ਠੀਕ ਹੈ। ਮੈਂ ਤੁਹਾਨੂੰ ਪ੍ਰੋਨਾਊਂਸੀਏਸ਼ਨ ਵੀ ਜਿਵੇਂ ਆਪਾਂ ਨੋਰਮਲ ਭਾਸ਼ਾ ਦੇ ਵਿੱਚ ਕਰਦੇ ਹਾਂ ਉਵੇਂ ਕਰਕੇ ਦਿਖਾਊਂਗਾ। ਫਸਟ ਆਪਣੇ ਕੋਲ ਕੀ ਆਂਦਾ? ਬਿਹਾਰੀ। ਸੈਕਿੰਡ ਇਹਨਾਂ ਦੇ ਅੱਗੋਂ ਵੀ ਦੱਸੂਗਾ ਕਿ ਕਿਹੜੇ ਕਿਹੜਿਆਂ ਦੇ ਵਿੱਚ ਬੋਲੀ ਜਾਂਦੀ ਹੈ ਇਹ। ਨੈਕਸਟ ਕੀ ਹੈ ਆਪਣੇ ਕੋਲੇ? ਪਹਾੜੀ। ਨੈਕਸਟ ਕੀ ਹੈ? ਪਹਾੜੀ। ਅੱਜ ਇੰਨਾ ਹੀ ਕਰ ਲਿਓ, ਬਹੁਤ ਅੱਜ ਦੇ ਲੈਕਚਰ ਦੇ ਵਿੱਚ, ਕਿਉਂਕਿ ਇਹ ਚੀਜ਼ਾਂ ਯਾਦ ਕਰਨ ਵਾਲੀਆਂ ਹੁੰਦੀਆਂ। ਤੁਹਾਨੂੰ ਮੈਂ ਕਰਾਉਣ ਨੂੰ ਅੱਗੋਂ ਸਾਰਾ ਕਰਾਦਾ, ਫਿਰ ਤੁਸੀਂ ਕਹੋਗੇ ਕਿ ਸਾਰਾ ਅਸੀਂ ਪਿਛਲਾ ਵੀ ਭੁੱਲ ਗਏ। ਨੈਕਸਟ ਹੈ ਰਾਜਸਥਾਨੀ। ਅੱਜ ਆਪਣਾ ਇਹ ਸਮਝ ਲਿਓ ਕਿ ਆਪਣਾ ਭਾਸ਼ਾ ਤੇ ਲਿਪੀ ਵਾਲਾ ਟੌਪਿਕ ਹੈ ਜਿਹੜਾ ਬਹੁਤ ਹੱਦ ਤੱਕ ਕੰਪਲੀਟ ਹੋ ਜਾਊਗਾ। ਇਦੋਂ ਵੱਧ ਲੈਵਲ ਤੇ ਤੁਹਾਡੇ ਤੋਂ ਕੁਐਸਚਨ ਨਹੀਂ ਪੁੱਛਿਆ ਜਾਊਗਾ, ਤੁਹਾਡੇ ਸਿੰਪਲ ਐਗਜ਼ਾਮ ਹੈ। ਨੈਕਸਟ ਹੈ ਪੂਰਵੀ। ਪੂਰਵੀ ਹਿੰਦੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਠੀਕ ਹੈ। ਆਪਣੇ ਕੋਲ ਕੀ ਹੈ? ਪੂਰਵੀ ਹਿੰਦੀ। ਰਾਈਟਿੰਗ ਥੋੜੀ ਜੀ ਆਪਣੇ ਆਪ ਮੈਨੇਜ ਕਰ ਲਿਓ। ਨੈਕਸਟ ਹੈ ਆਪਣੇ ਕੋਲੇ ਪੰਜਵਾਂ ਪਾਰਟ ਕੀ ਹੈ ਆਪਣੇ ਕੋਲੇ? ਉਹ ਆਊਗਾ ਪੱਛਮੀ ਹਿੰਦੀ। ਮੈਂ ਇੱਕ ਚੀਜ਼ ਹੋਰ ਦੱਸਦਾ ਸਾਰੇ ਬੱਚਿਆਂ ਨੂੰ ਜਿਹੜੇ ਦੇਖ ਰਹੇ ਹੋ ਤੁਸੀਂ, ਕਿ ਆਪਣੇ ਕਮਿਊਨਿਟੀ ਦੇ ਵਿੱਚ ਡੇਲੀ MCQ ਅਪਡੇਟ ਹੁੰਦੇ ਆ, ਇੰਨੇ ਜ਼ਿਆਦਾ ਇੰਪੋਰਟੈਂਟ ਹੁੰਦੇ ਆ। ਕਾਫੀ ਮੈਂ ਦੇਖਿਆ ਕਿ ਬੱਚੇ ਗਲਤ ਵੀ ਕਰਦੇ ਆ, ਉਹਨਾਂ ਦਾ ਆਨਸਰ ਵੀ ਤੁਹਾਨੂੰ ਜਲਦੀ ਦਊਂਗਾ ਵੀਡੀਓਜ਼ ਦੇ ਵਿੱਚ। ਤਾਂ ਉਸਿਆਂ ਨੂੰ ਲੈ ਕੇ ਇਹਨਾਂ ਵਿੱਚ ਵੀ ਪੁੱਛੇ ਗਏ ਸੀਗੇ। ਹੁਣ ਦੇਖੋ ਇਹਦੇ ਵਿੱਚ ਕੀ ਹੈ ਆਪਣੇ ਕੋਲੇ? ਸਭ ਤੋਂ ਪਹਿਲਾਂ ਬਿਹਾਰੀ ਕਿੱਥੇ ਕਿੱਥੇ ਬੋਲੀ ਜਾਂਦੀ ਹੈ? ਬਿਹਾਰੀ ਦੇ ਵਿੱਚ ਕਿਹੜੇ ਕਿਹੜੀਆਂ ਉਪਭਾਸ਼ਾ ਆਉਂਦੀਆਂ? ਸੌਰੀ, ਠੀਕ ਹੈ, ਬਿਹਾਰੀ ਦੇ ਵਿੱਚ ਕਿਹੜੀਆਂ ਕਿਹੜੀਆਂ ਆਉਂਦੀਆਂ? ਮਗਈ, ਠੀਕ ਹੈ। ਉਸ ਤੋਂ ਬਾਅਦ ਕੀ ਹੈ? ਮੈਥਿਲੀ। ਇਹ ਸਾਰੀਆਂ ਨੋਟ ਕਰਦੇ ਰਹੋ, ਇਹਨਾਂ ਦੇ ਵਿੱਚੋਂ ਹੀ ਕੁਐਸਚਨ ਪੁੱਛਿਆ ਜਾਊ। ਹੁਣ ਜੇ ਪੁੱਛਿਆ ਜਾਵੇ ਕਿ ਬਿਹਾਰੀ ਦੇ ਵਿੱਚ ਕਿਹੜੀ ਆਪਣੇ ਕੋਲੇ ਬਿਹਾਰੀ ਦੇ ਵਿੱਚ ਮਗਈ ਕਿੱਥੋਂ ਦੀ ਹੈ? ਬਿਹਾਰੀ। ਉੱਥੇ ਆਪਸ਼ਨ ਆਈਆਂ ਹੋਣੀਆਂ ਪਹਾੜੀ, ਰਾਜਸਥਾਨੀ, ਪੂਰਬੀ ਹਿੰਦੀ, ਠੀਕ ਹੈ। ਤੇ ਉਸ ਤੋਂ ਬਾਅਦ ਕੀ ਹੈ? ਜੇ ਬਿਹਾਰੀ ਦੇ ਵਿੱਚ ਪੁੱਛਿਆ ਜਾਵੇ ਤਾਂ ਮਗਈ ਆ ਗਿਆ। ਜੇ ਪੁੱਛਿਆ ਜਾਵੇ ਮਗਈ ਕਿੱਥੇ ਬੋਲੀ ਜਾਂਦੀ ਹੈ ਤਾਂ ਬਿਹਾਰੀ। ਨੈਕਸਟ ਕੀ ਹੈ? ਤੁਹਾਨੂੰ ਤਾਂ ਹੀ MCQ ਆਪਾਂ ਅੱਗੇ ਕਰਾਂਗੇ ਜਦੋਂ ਆਪਣੇ ਕਨਸੈਪਟ ਹੌਲੀ ਹੌਲੀ ਸਾਰੇ ਬੱਚਿਆਂ ਨੂੰ ਸਮਝ ਲੱਗਦੇ ਜਾਣਗੇ। ਭੋਜਪੁਰੀ। ਇਹਨਾਂ ਦੇ ਇੱਕ ਵਾਰੀ ਤੁਹਾਨੂੰ ਮੈਂ 1 ਲਾਈਨਰ ਦੱਸਦਾ ਰਹਿਣਾ ਨਾਲ ਨਾਲ। ਸੌਰੀ, ਸਪੈਲਿੰਗ ਮਿਸਟੇਕ ਹੈ ਇੱਥੇ। ਇੱਥੇ ਆਪਣਾ ਕੀ ਆਊਗਾ? ਭੋਜਪੁਰੀ। ਲਿਖੀ ਚੱਲਿਓ ਸਾਰੇ ਬੱਚੇ ਜਿਨ੍ਹਾਂ ਨੇ ਲਿਖਣਾ। ਨੈਕਸਟ ਹੁਣ ਆ ਗਏ ਇਹਦੇ 'ਚ 3 ਮੇਨ ਆਪਣੀਆਂ। ਹੁਣ ਆ ਗਿਆ ਪਹਾੜੀ ਤੇ। ਪਹਾੜੀ ਦੇ ਵਿੱਚ ਕੀ ਆਊਗੀ? ਕੁਮਾਊਨੀ। ਮੈਂ ਪਹਿਲਾਂ ਵੀ ਕਹਿ ਰਿਹਾ ਕਿ ਟਿਪੀਕਲ ਹਿੰਦੀ ਵਾਲੇ ਪ੍ਰੋਨਾਊਂਸੀਏਸ਼ਨ ਨਹੀਂ ਕਰੂੰਗਾ, ਮੈਂ ਉਹ ਕਰੂੰਗਾ ਜਿਹੜੀ ਤੁਹਾਨੂੰ ਪ੍ਰੋਪਰ ਸਮਝ ਆ ਜਾਏ, ਜਿਹੜੀ ਤੁਹਾਨੂੰ ਯਾਦ ਵੀ ਰਹੇ। ਕਿਉਂਕਿ ਆਪਾਂ ਉੱਥੇ ਨਾ ਤਾਂ ਥਿਊਰੀ ਦੇਣੀ ਹੈ, ਮੈਂ ਸਟਾਰਟਿੰਗ 'ਚ ਇਹ ਕਿਹਾ ਸੀ ਕਿ ਨਾ ਆਪਾਂ ਥਿਊਰੀ ਦੱਸਣੀ ਹੈ, ਆਪਾਂ ਸਿਰਫ ਟੌਪਿਕ ਕਲੀਅਰ ਕਰਨਾ ਅਤੇ ਉਹਦੇ MCQ ਦੇਣੇ ਆ। ਗੜਵਾਲੀ। ਅਤੇ ਨੈਕਸਟ ਆਪਣੇ ਕੋਲ ਕੀ ਹੈ? ਹਿਮਾਚਲੀ। ਹਿਮਾਚਲ ਵਾਲਾ ਤਾਂ ਤੁਹਾਨੂੰ ਯਾਦ ਰਹੂਗਾ ਹੀ, ਕਿਉਂਕਿ ਪਹਾੜੀ ਇਲਾਕਾ ਹੈ। ਤਾਂ ਪਹਾੜੀ ਇਲਾਕਾ ਦੀ ਜਿਹੜੀ ਉਪਬੋਲੀ ਆਪਣੀ ਕੀ ਹੋ ਗਈ? ਹਿਮਾਚਲੀ। ਨੈਕਸਟ ਕੀ ਹੈ ਆਪਣੇ ਕੋਲੇ? ਹੁਣ ਨੈਕਸਟ ਆਪਣੇ ਕੋਲ ਆ ਗਈ ਰਾਜਸਥਾਨੀ। ਰਾਜਸਥਾਨੀ ਦੇ ਕਾਫੀ ਬੱਚਿਆਂ ਨੂੰ ਧਿਆਨ 'ਚ ਹੋਊਗਾ। ਫਸਟ ਹੀ ਆਪਣੇ ਕੋਲ ਕੀ ਹੈ ਜਿਹੜੀ ਕਾਫੀ ਨੋਨ, ਉਹ ਹੈਗੀ ਹੈ ਮਾਰਵਾੜੀ, ਠੀਕ ਹੈ। ਫਸਟ ਕੀ ਹੈ ਆਪਣੇ ਕੋਲੇ? ਮਾਰਵਾੜੀ। ਨੈਕਸਟ ਕੀ ਹੈ? ਮੇਵਾਤੀ। ਨੈਕਸਟ ਹੈਗੀ ਹੈ ਮੇਵਾਤੀ। ਹੁਣ ਜੇ ਪੁੱਛਿਆ ਜਾਵੇ ਕਿ ਮੇਵਾਤੀ ਕਿੱਥੋਂ ਦੀ ਹੈ ਤਾਂ ਉਹ ਆਪਾਂ ਦੱਸ ਸਕਦੇ ਹਾਂ ਕਿ ਰਾਜਸਥਾਨੀ। ਤਾਂ ਮੋਸਟ ਇੰਪੋਰਟੈਂਟ ਜਿਹੜਾ ਪੁੱਛਿਆ ਜਾਣ ਦੇ ਚਾਂਸਿਸ ਵੀ ਹੈਗੇ ਆ, ਅਤੇ ਕਾਫੀ ਜਿਹੜੀਆਂ ਲਾਸਟ ਐਗਜ਼ਾਮਸ ਦੇ ਵਿੱਚ ਪੁੱਛਿਆ ਵੀ ਗਿਆ, ਤਾਂ ਇਹਦਾ ਕੀ ਆਊਗਾ? ਢੂੰਢਾਰੀ। ਇਹਦਾ ਆਪਣੇ ਕੋਲ ਕੀ ਹੈਗਾ? ਢੂੰਢਾਰੀ। ਇਹਨੂੰ ਕਾਫੀ ਯੂਜ਼ ਕੀਤਾ ਗਿਆ ਵਰਡ ਨੂੰ, ਤਾਂ ਇਸ ਨੂੰ ਤੁਸੀਂ ਯਾਦ ਕਰ ਲਿਓ। ਵੈਸੇ ਤਾਂ ਸਾਰੇ ਹੀ ਯਾਦ ਕਰਨੇ ਆ। ਇਹਦੇ ਵਿੱਚ ਕੀ ਹੈ? ਹਾੜੌਤੀ। ਇਹ ਆ ਗਈਆਂ ਆਪਣੀਆਂ ਰਾਜਸਥਾਨੀ ਜਿਹੜੀਆਂ ਉਪਬੋਲੀਆਂ। ਨੈਕਸਟ ਹੈ ਪੂਰਬੀ ਹਿੰਦੀ ਦੀਆਂ। ਪੂਰਬੀ ਹਿੰਦੀ ਵਿੱਚ ਕਿਹੜੀਆਂ ਆਉਣਗੀਆਂ? ਅਵਧੀ। ਪੂਰਬੀ ਹਿੰਦੀ 'ਚ ਆਪਣੀਆਂ ਆਉਣਗੀਆਂ ਅਵਧੀ। ਸੈਕਿੰਡ ਆਪਣੇ ਕੋਲ ਹੈਗੀ ਹੈ ਬੰਗੇਲੀ। ਥਰਡ ਆਪਣੀ ਕੀ ਹੈਗੀ ਹੈ? ਇਹ ਨੋਟ ਕਰ ਲਿਓ,
मैं ਤੁਹਾਨੂੰ ਵਾਰ-ਵਾਰ ਕਹਿ ਰਿਹਾ ਸਕਰੀਨਸ਼ਾਟ ਲੈਣ ਦਾ ਕੋਈ ਫਾਇਦਾ ਨਹੀਂ ਹੋਣਾ, ਵੀ फ़ोन ਦੇ ਵਿੱਚ ਤੁਹਾਡੇ ਤੋਂ ਫਿਰ ਨਹੀਂ ਪੜ੍ਹਿਆ ਜਾਣਾ। ਜੇ ਵੀਡੀਓ ਦੇ ਵਿੱਚ ਪੜ੍ਹ ਸਕਦੇ ਹੋ, फ़ोन ਦੇ ਵਿੱਚ ਤੁਸੀਂ ਸੋਚੋ ਕਿ ਰੀਡ ਕਰ ਲਾਂਗੇ ਤਾਂ ਰੀਡ ਨਹੀਂ ਹੋਊਗਾ फ़ोन ਦੇ ਵਿੱਚੋਂ। ਇਹਨੂੰ ਸਪੈਸ਼ਲ ਲਿਖ ਰਹੇ ਹੋ ਹੁਣ, ਤਾਂ ਹੀ ਮੈਂ ਲਿਖਣ ਨੂੰ ਮੈਂ ਸਾਰੇ ਲਿਖ ਸਕਦਾ ਸੀ, ਤਾਂ ਲਿਖ ਰਿਹਾ ਕਿ ਨਾਲ ਨਾਲ ਤੁਹਾਨੂੰ ਧਿਆਨ 'ਚ ਰਹਿਣ। ਹੁਣ ਪੱਛਮੀ ਹਿੰਦੀ ਦੀ ਆ ਗਈ ਆਪਣੇ ਕੋਲੇ, ਜਿਹੜੀ ਮੋਸਟ ਇੰਪੋਰਟੈਂਟ ਤੇ ਜਿਹੜੀ ਯੂਜ਼ ਹੁੰਦੀ ਆ ਆਪਣੀ ਅੱਜ ਦੀ, ਉਹ ਹੈਗੀ ਆਪਣੇ ਕੋਲ ਖੜੀ ਬੋਲੀ। ਜੇ ਪੁੱਛਿਆ ਜਾਵੇ ਕਿ ਨੋਰਮਲ ਹਿੰਦੀ ਦੇ ਵਿੱਚ ਕਿਹੜੀ ਬੋਲੀ ਜਾਂਦੀ ਹੈ ਤਾਂ ਉਹ ਆਊਗਾ ਆਪਣੇ ਕੋਲੇ ਖੜੀ ਬੋਲੀ। ਆਪਣੀ ਆ ਗਈ ਬ੍ਰਜ ਭਾਸ਼ਾ। ਨੈਕਸਟ ਕੀ ਹੈ ਆਪਣੇ ਕੋਲੇ ਬ੍ਰਜ ਭਾਸ਼ਾ ਤੋਂ ਬਾਅਦ ਆਪਣੇ ਕੋਲ ਹੈਗੀ ਆ ਬੁੰਦੇਲੀ। ਇਹ ਪੱਛਮੀ ਦੀਆਂ ਵੀ ਮੋਸਟ ਇੰਪੋਰਟੈਂਟ ਹੈਗੀਆਂ, ਪੁੱਛਿਆ ਜਾ ਸਕਦਾ ਬੋਲੀਆਂ ਬਾਰੇ। ਇਹਦਾ ਕੀ ਆਊਗਾ ਆਪਣੇ ਕੋਲੇ ਬੁੰਦੇਲੀ। ਨੈਕਸਟ ਹੈਗਾ ਆਪਣੇ ਕੋਲੇ ਕਨੌਜੀ। ਨੈਕਸਟ ਕੀ ਹੈ ਆਪਣੇ ਕੋਲੇ ਕਨੌਜੀ। ਉਸ ਤੋਂ ਬਾਅਦ ਕੀ ਹੈਗਾ ਬਾਂਗਰੂ। ਕੀ ਹੈ ਆਪਣੇ ਕੋਲੇ ਬਾਂਗਰੂ। ਫਿਰ ਲਾਸਟ ਅੱਜ ਦੀ ਜਿਹੜੀਆਂ ਤੁਸੀਂ ਯਾਦ, ਇਹ ਬਸ ਦੇਖ ਲਓ ਥੋੜੀਆਂ ਹੀ ਹੈ, ਤੁਹਾਨੂੰ ਮੈਂ ਤਾਂ ਹੀ ਇਕੱਠੀਆਂ ਲਿਖ ਕੇ ਦਿੱਤੀਆਂ। ਫਿਰ ਤੁਸੀਂ ਕਹੋਗੇ ਕਿ ਇਹ ਤਾਂ ਕਾਫੀ ਜ਼ਿਆਦਾ ਹੈ, ਸਾਨੂੰ ਯਾਦ ਨਹੀਂ ਹੋਣੀਆਂ। ਸਿੰਗਲ ਨਾਲ ਤੁਹਾਨੂੰ ਇਹ ਲੱਗ ਰਿਹਾ ਕਿ ਯਾਦ ਵੀ ਹੋ ਜਾਣਗੀਆਂ ਤੇ ਇਹਨਾਂ ਨੂੰ ਰੀਡ ਵੀ ਕਿਵੇਂ ਰੱਖਣਾ ਹੈ ਤੁਸੀਂ ਵੇਖ ਲਿਓ। ਹੁਣ ਮੈਂ ਦੁਬਾਰਾ ਫਿਰ ਰਿਪੀਟ ਕਰ ਦਿੰਦਾ, ਬਸ ਇੰਨੀ ਯਾਦ ਕਰਨੀ ਹੈ ਕਿ ਜੇ ਪੁੱਛਿਆ ਜਾਵੇ ਹਿੰਦੀ ਨੂੰ ਉਪਭਾਸ਼ਾ ਦੇ ਆਧਾਰ 'ਤੇ ਜਾਂ ਬੋਲੀਆਂ ਦੇ ਆਧਾਰ 'ਤੇ ਕਿੰਨੇ ਵਰਗਾਂ 'ਚ ਵੰਡਿਆ ਗਿਆ ਤਾਂ 5। ਕਿਹੜੇ ਆ? ਬਿਹਾਰੀ, ਪਹਾੜੀ, ਰਾਜਸਥਾਨੀ, ਪੂਰਬੀ ਤੇ ਪੱਛਮੀ ਹਿੰਦੀ। ਬਿਹਾਰੀ ਦੇ ਵਿੱਚ ਮਗਈ, ਮੈਥਿਲੀ, ਭੋਜਪੁਰੀ। ਪਹਾੜੀ ਦੇ ਵਿੱਚ ਕੁਮਾਊਨੀ, ਗੜਵਾਲੀ, ਹਿਮਾਚਲੀ। ਰਾਜਸਥਾਨੀ ਦੇ ਵਿੱਚ ਮਾਰਵਾੜੀ, ਮੇਵਾਤੀ, ਢੁੰਡਾਰੀ ਤੇ ਹਾੜੌਤੀ। ਪੂਰਬੀ ਦੇ ਵਿੱਚ ਆਊਗਾ ਅਵਧੀ, ਬੰਗੇਲੀ ਤੇ ਛੱਤੀਸਗੜ੍ਹੀ। ਉਹ ਛੱਤੀਸਗੜ੍ਹੀ ਵੀ ਮੋਸਟ ਇੰਪੋਰਟੈਂਟ ਹੈ, ਇਹ ਵੀ ਤੁਹਾਨੂੰ ਮੈਂ ਦੱਸ ਦਿੰਦਾ ਨਾਲ। ਤੁਹਾਨੂੰ ਇਹਨਾਂ ਦੇ ਵਨ ਲਾਈਨਰ ਵੀ ਅੱਜ ਵਾਲੀ ਵੀਡੀਓ 'ਚ ਕਰਾਊਂਗਾ, ਧਿਆਨ ਨਾਲ ਸੁਣੀ ਚੱਲਿਓ। ਕੋਈ ਬੋਰ ਨਹੀਂ ਕਿ ਲਾਈਕ ਸ਼ੇਅਰ ਵਾਲਾ ਕੋਈ ਫੰਡਾ ਨਹੀਂ, ਬਸ ਸਮਝ ਲਓ ਟੌਪਿਕ। ਖੜੀ ਬੋਲੀ ਹੈ ਪੱਛਮੀ ਦੀ, ਬ੍ਰਜ ਭਾਸ਼ਾ ਵੀ ਪੱਛਮੀ 'ਚ, ਬੁੰਦੇਲੀ, ਕਨੌਜੀ, ਬਾਂਗਰੂ, ਹਰਿਆਣਾ, ਇਹ ਸਾਰੀਆਂ ਕਾਹਦੀਆਂ ਪੱਛਮੀ ਦੀਆਂ। ਹੁਣ ਤੁਸੀਂ ਲਿਖ ਲਓ, ਜਿਨ੍ਹਾਂ ਨੇ ਨਹੀਂ ਲਿਖੇ ਵੀਡੀਓ ਪੌਜ਼ ਕਰਕੇ ਲਿਖ ਸਕਦੇ ਆ, ਬਾਅਦ ਦੇ ਵਿੱਚ ਲਿਖ ਸਕਦੇ ਆ। ਤਾਂ ਹੁਣ ਆਪਾਂ ਅੱਗੋਂ ਕਰਦੇ ਹਾਂ। ਹੁਣ ਦੇਖੋ ਭਾਸ਼ਾ ਵੀ ਆਪਣੀ ਕਲੀਅਰ ਹੋ ਗਈ, ਠੀਕ ਹੈ, ਕਿ ਭਾਸ਼ਾ ਦਾ ਆਪਣੇ ਕੋਲ ਕਿਹੜੀਆਂ ਚੀਜ਼ਾਂ ਐਡ ਹੋਈਆਂ ਵਿੱਚ। ਤਾਂ ਉਸ ਤੋਂ ਬਾਅਦ ਹੋਰ ਕੀ ਹੈ, ਕਾਫੀ ਚੀਜ਼ਾਂ ਕਹਿ ਲਓ ਕਿ ਉਸ ਤੋਂ ਬਾਅਦ ਆਪਾਂ ਉਹਦੀਆਂ ਵੀ ਕਰ ਲਈਆਂ। ਉਪਬੋਲੀ ਤਾਂ ਸਮਝ ਲਓ ਸਾਰਾ ਕੰਪਲੀਟ ਹੈ ਤੁਹਾਡਾ ਕੰਸੈਪਟ। ਇਸ ਤੋਂ ਬਾਅਦ ਤੁਹਾਨੂੰ ਕਰਨ ਦੀ ਆਈ ਥਿੰਕ ਲੋੜ ਨਹੀਂ ਹੈਗੀ। ਬਾਕੀ ਜੇ ਫਿਰ ਵੀ ਹੋਈ ਤਾਂ ਮੈਂ ਤੁਹਾਨੂੰ ਦੱਸ ਦੂੰਗਾ, ਨਾਲ ਅਗਲੇ ਲੈਕਚਰਸ ਦੇ ਵਿੱਚ ਕਰ ਲਾਂਗੇ। ਜੇ ਕਦੇ ਫਿਰ ਵੀ ਲੋੜ ਹੋਈ ਤਾਂ ਆਪਾਂ ਅੱਗੇ MCQ ਕਰਾ ਦੂੰਗਾ, ਜਿਹੜੇ ਲੋੜ ਲੱਗਦੇ ਹੋਏ ਕਿ ਇੰਪੋਰਟੈਂਟ ਹੈ। ਤਾਂ ਇੱਕ ਵਾਰੀ ਉਪਬੋਲੀਆਂ ਦਾ ਤੁਸੀਂ ਇੰਨਾ ਕੰਸੈਪਟ ਕਲੀਅਰ ਕਰ ਲਓ, ਕਿਹੜੀਆਂ ਕਿੱਥੇ ਬੋਲੀਆਂ ਜਾਂਦੀਆਂ, ਕਿੱਥੋਂ ਦੀਆਂ, ਬਸ ਇੰਨਾ ਹੀ ਬਹੁਤ ਹੈ। ਕਿੰਨੇ ਵਰਗ ਹੈ ਇਹ ਵੀ ਤੁਹਾਨੂੰ ਦੱਸਤਾ ਮੈਂ। ਹੁਣ ਆਪਾਂ ਚੱਲਦੇ ਹਾਂ ਨੈਕਸਟ ਵੱਲ, ਠੀਕ ਹੈ। ਨੈਕਸਟ ਤਾਰ ਲਿਓ ਸਾਰੇ ਬੱਚੇ, ਮੈਂ ਵਾਰ-ਵਾਰ ਕਹਿ ਰਿਹਾ ਕਿ ਵੀਡੀਓ ਪੌਜ਼ ਕਰ ਲਿਓ ਜੇ ਕਰਨੀ ਹੋਈ ਤਾਂ ਹੁਣ ਨੈਕਸਟ ਆਪਣੇ ਕੋਲ ਕੀ ਆਊਗਾ। ਸਭ ਤੋਂ ਪਹਿਲਾਂ ਤਾਂ ਜਿਹੜੇ ਬੱਚਿਆਂ ਨੇ ਲਿਪੀ ਦੀ ਪਰਿਭਾਸ਼ਾ ਜਦੋਂ ਮੈਂ ਰੇਜ਼ ਕਰਦਾ ਬੋਲ ਕੇ ਦੱਸ ਦਿੰਦਾ, ਇਹ ਨੋਟ ਕਰ ਲਿਓ। ਲਿਪੀ ਕੀ ਹੁੰਦੀ ਹੈ? ਪੰਜਾਬੀ ਤੇ ਹਿੰਦੀ ਦੇ ਵਿੱਚ ਤਾਂ ਸੇਮ ਉਹ ਆਪਣੇ ਕੋਲੇ ਪਰਿਭਾਸ਼ਾ ਹੋਊਗੀ। ਤਾਂ ਆਪਣੀ ਲਿਪੀ ਦੀ ਕੀ ਆਊਗੀ ਆਪਣੇ ਕੋਲੇ? ਮੌਖਿਕ ध्वनियों को ਅੰਕਿਤ ਕਰਨੇ ਕੇ लिए। ਦੇਖੋ ਜਿਹੜੀਆਂ ਆਪਾਂ ਮੌਖਿਕ ਕੀ ਹੋ ਗਿਆ ਆਪਣੇ ਕੋਲੇ, ਜਿਹੜੀਆਂ ਆਪਾਂ ਬੋਲਦੇ ਹਾਂ। ਹੁਣ ਜਿਵੇਂ ਮੈਂ ਤੁਹਾਨੂੰ ਬੋਲ ਕੇ ਦੱਸ ਰਿਹਾ, ਇਹ ਜਿਹੜੀਆਂ ਕਹਿ ਲਓ ध्वनियां ਹੈਗੀਆਂ, ਠੀਕ ਹੈ, ਇਹਨਾਂ ਨੂੰ ਅੰਕਿਤ ਕਰਨ ਲਈ, ਸ਼ੋਅ ਕਰਨ ਲਈ, ਲਿਖਣ ਲਈ ਸਪੈਸ਼ਲ ਚਿੰਨ੍ਹ ਵਰਤੇ ਜਾਂਦੇ ਆ, ਠੀਕ ਹੈ, ਜਾਂ ਚਿੰਨ੍ਹ ਬਣਾਏ ਗਏ ਆ। ਤਾਂ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ? ਲਿਪੀ। ਇਹਦੀ ਤੁਹਾਨੂੰ ਮੈਂ ਐਗਜ਼ਾਮਪਲ ਵੀ ਦੇ ਦਿੰਦਾ। ਉਹਨਾਂ ਨੂੰ ਆਪਾਂ ਕੀ ਕਹਿੰਦੇ ਆ? ਲਿਪੀ। ਦੁਬਾਰਾ ਫਿਰ ਪਰਿਭਾਸ਼ਾ ਸੁਣ ਲਓ ਕਿ ਜਿਹੜੇ ਮੌਖਿਕ ध्वनियां, ਠੀਕ ਹੈ, ਮੌਖਿਕ ध्वनियां ਆਪਣੀਆਂ ਮੌਖਿਕ ध्वनियां, ਠੀਕ ਹੈ, ਇਹਨਾਂ ਨੂੰ ਅੰਕਿਤ ਕਰਨ ਲਈ ਚਿੰਨ੍ਹ ਬਣਾਏ ਗਏ, ਉਹਨਾਂ ਚਿੰਨ੍ਹਾਂ ਨੂੰ ਆਪਾਂ ਕੀ ਕਹਿੰਦੇ ਆ? ਲਿਪੀ। ਜਿਵੇਂ ਹੁਣ ਦੇਖੋ ਹੁਣ ਕੰਪਿਊਟਰ ਚੱਲੀ ਜਾਂਦਾ ਤੁਹਾਡੇ ਸਾਹਮਣੇ, ਮੋਬਾਈਲ ਚੱਲੀ ਜਾਂਦਾ, ਇਹਦੇ ਵਿੱਚ ਕੀ ਹੈ? ਤੁਸੀਂ ਟਾਈਪ ਕਰੋਗੇ ਕੁਛ, ਉਹਦੇ ਮੰਨ ਲਓ ਤੁਸੀਂ ਟਾਈਪ ਕਰਨੇ ਹੋ ABCD, ਕੁਛ ਵੀ ਟਾਈਪ ਕਰਦੇ ਹੋ, ਸਮਥਿੰਗ ਐਲਸ। ਇਹਦੇ ਵਿੱਚ ਕੀ ਹੈ? ਜਿਹੜੇ ਇਹ ਹੈ, ਇਹ ਕੀ ਹੈ? ਚਿੰਨ੍ਹ, ਠੀਕ ਹੈ। ਇਹ ਚਿੰਨ੍ਹਾਂ ਨੂੰ ਆਪਾਂ ਕੀ ਕਵਾਂਗੇ? ਉਸ ਭਾਸ਼ਾ ਦੀ ਲਿਪੀ, ਠੀਕ ਹੈ। ਲਿਪੀ ਕਿਹੜੇ ਵਿੱਚ ਆ? ਹੁਣ ਜਿਵੇਂ ਇਹਨਾਂ ਦੀ ਕੀ ਹੈ? ਰੋਮਨ। ਹਿੰਦੀ ਦੀ ਆਪਣੇ ਕੋਲ ਕੀ ਹੈ? ਹਿੰਦੀ ਦੀ ਹੈਗੀ ਹੈ ਦੇਵਨਾਗਰੀ। ਹਿੰਦੀ ਦੀ ਲਿਪੀ ਆਪਣੇ ਕੋਲ ਕੀ ਹੈ? ਦੇਵਨਾਗਰੀ। ਤੇ ਦੇਵਨਾਗਰੀ ਲਿਪੀ ਵਿੱਚ ਕੀ ਆਉਂਦਾ ਆਪਣੇ ਕੋਲੇ? ਸਵਰ, ਵਿਅੰਜਨ, ਜਿਹੜੇ ਵਰਨ, ਠੀਕ ਹੈ। ਦੇਵਨਾਗਰੀ ਲਿਪੀ ਵਿੱਚ ਆਪਣੇ ਕੋਲ ਕੀ ਆਉਂਦਾ? ਵਰਨ। ਤੇ ਵਰਨਾਂ ਦੀਆਂ ਅੱਗੋਂ ਕੀ ਹੈ ਆਪਣੇ ਕੋਲੇ? ध्वनियां। आई थिंक क्लीयर हो गया होना, ਤੁਹਾਨੂੰ ਮੈਂ ਨਿੱਕੀ ਚੀਜ਼ ਦੱਸਤੀ। ਦੇਖੋ ਲਿਪੀ ਆਪਣੇ ਕੋਲ ਕਿਹੜੀ ਹੈ? ਹਿੰਦੀ ਦੀ ਦੇਵਨਾਗਰੀ।
ਉਹਦੇ ਵਿੱਚ ਕੀ ਐਡ ਹੈ, ਸਵਰ ਵਿਅੰਜਨ। ਸਵਰ ਵਿਅੰਜਨ ਨੂੰ ਆਪਾਂ ਕਾਹਦੇ 'ਚ ਜੇ ਇਕੱਲਾ ਇਕੱਲਾ ਕਰਕੇ ਲਿਖਾਂਗੇ ਤਾਂ ਵਰਨ ਬਣ ਜਾਂਦੇ ਆ, ਵਰਨਾਂ ਨੂੰ ਆਪਾਂ ਬੋਲਾਂਗੇ ਜਦੋਂ ਕੀ ਬਣ ਜਾਣਗੀਆਂ, ਧਵਨੀਆਂ। ਠੀਕ ਹੈ, ਤਾਂ ਉਵੇਂ ਹੀ ਜਦੋਂ ਕੋਈ ਚੀਜ਼ ਬੋਲਦੇ ਹਾਂ ਆਪਾਂ, ਉਹ ਅੱਖਰ ਹੁੰਦਾ, ਉਹ ਅੱਖਰ ਨੂੰ ਲਿਖਣ ਵਾਸਤੇ ਉਹ ਧਵਨੀ ਹੁੰਦੀ ਹੈ ਸਾਊਂਡ, ਜਿਹਨੂੰ ਸਾਊਂਡ ਕਹਿ ਦਿੰਦੇ ਆਪਾਂ। ਉਹ ਸਾਊਂਡ ਨੂੰ ਲਿਖਣ ਵਾਸਤੇ, ਠੀਕ ਹੈ, ਕੁਛ ਕੁ ਜਿਹੜੇ ਅੰਕਿਤ ਕੀਤੇ ਗਏ ਚਿੰਨ੍ਹ, ਜਿਨ੍ਹਾਂ ਦੇ ਕੋਈ ਨਾ ਕੋਈ ਪ੍ਰੋਪਰ ਆਪਾਂ ਸ਼ੁਰੂ ਤੋਂ ਕਰਦੇ ਆਉਂਦੇ ਆ, ਤਾਂ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ, ਲਿਪੀ। ਕਲੀਅਰ ਹੋ ਗਿਆ ਹੋਣਾ। ਹੁਣ ਦੇਖੋ ਏ ਨੂੰ ਜਿੱਥੇ ਵੀ ਵਰਡ ਦੇ ਵਿੱਚ ਜਿੱਥੇ ਵੀ ਏ ਨੂੰ ਐਂ ਹੀ ਲਿਖਾਂਗੇ ਆਪਾਂ। ਉਹਨਾਂ ਦੀ ਰਾਈਟਿੰਗ ਜ਼ਰੂਰ ਹੋ ਸਕਦੀ ਹੈ, ਏ ਨੂੰ ਐਂ ਲਿਖਦਾ ਹੋਊਗਾ, ਕੋਈ ਏ ਨੂੰ ਐਂ ਲਿਖਦਾ ਹੋਊਗਾ, ਠੀਕ ਹੈ, ਕੋਈ ਏ ਨੂੰ ਉਸ ਤੋਂ ਬਾਅਦ ਕੀ ਹੈ ਥੋੜ੍ਹਾ ਜਿਹਾ ਡਾਰਕ ਕਰਕੇ ਲਿਖਦੇ ਹੋਣਗੇ, ਲਿਖਣਗੇ ਐਂ ਹੀ ਸੇਮ ਟੂ ਸੇਮ ਸ਼ੇਪ ਹੈ। ਇਹ ਤਾਂ ਹੈ ਨਹੀਂ ਏ ਨੂੰ ਐਂ ਲਿਖ ਦਾਂਗੇ ਜਾਂ ਏ ਨੂੰ ਟੇਢਾ ਕਰਕੇ ਲਿਖ ਦਾਂਗੇ, ਏ ਨੂੰ ਆਪਾਂ ਐਂ ਹੀ ਲਿਖਾਂਗੇ ਕਿਉਂਕਿ ਉਹ ਕੀ ਹੈ, ਇੰਗਲਿਸ਼ ਦੀ ਇੱਕ ਚਿੰਨ੍ਹ, ਠੀਕ ਹੈ, ਜਿਹੜੀ ਕਾਹਦੇ ਵਿੱਚ ਹੈਗੀ ਹੈ, ਰੋਮਨ ਲਿਪੀ ਵਿੱਚ। ਕਲੀਅਰ ਹੋ ਗਿਆ ਹੋਣਾ ਕਿ ਲਿਪੀ ਕੀ ਹੈ। ਹੁਣ ਲਿਪੀ ਵੀ ਹੋ ਗਿਆ, ਆਪਣੀਆਂ ਉਪਭਾਸ਼ਾ ਵੀ ਕਰ ਲਈਆਂ, ਤਾਂ ਹੁਣ ਤੁਹਾਨੂੰ ਮੈਂ ਇਹਨਾਂ ਰਿਲੇਟਡ ਕਰਾਉਣਾ MCQ ਜਾਂ ਕਹਿ ਲਓ ਵਨ ਲਾਈਨਰ। ਇੱਕ ਵਾਰੀ ਤੁਸੀਂ ਨੋਟ ਕਰ ਲਿਓ, ਸਾਰੇ ਬੱਚੇ ਲਿਖ ਲਿਓ। ਮੋਸਟ ਇੰਪੋਰਟੈਂਟ ਕਰਾਊਂਗਾ, ਜਿਹੜੇ ਤੁਹਾਡੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਬਹੁਤ ਵਧੀਆ ਹੋਣ ਵਾਲੇ ਆ। ਉਸ ਤੋਂ ਬਾਅਦ ਆਪਾਂ ਕਹਿ ਲਓ ਕਿ ਟੈਸਟ ਵਾਈਜ਼ ਤੁਹਾਡੇ ਤੋਂ ਜਦੋਂ ਸਾਰਾ ਆਪਣਾ ਸਿਲੇਬਸ ਹੁੰਦਾ ਗਿਆ ਤਾਂ ਉਦੋਂ ਟੈਸਟ ਲੈਂਦੇ ਜਾਵਾਂਗੇ, ਫਿਰ ਉਸ ਤੋਂ ਬਾਅਦ ਦੇਖਾਂਗੇ ਕਿੰਨੇ ਬੱਚਿਆਂ ਨੂੰ ਤਿਆਰੀ ਹੈ। ਤਾਂ ਫਸਟ ਨੋਟ ਕਰ ਲਿਓ, ਕਾਪੀ ਪੈਨ ਰੱਖ ਲਓ, ਮੈਂ ਹੌਲੀ ਹੌਲੀ ਸਾਰੇ ਬੋਲ ਦਿੰਦਾ, ਕੁਛ ਕੁ ਲਿਖ ਵੀ ਦਊਂਗਾ ਨਾਲ ਨਾਲ। ਤਾਂ ਫਸਟ ਆਪਣੇ ਕੋਲ ਕੀ ਹੈਗਾ ਕਿ ਇਹ ਵਨ ਲਾਈਨਰ ਹੀ ਹੈ, ਬਸ ਕੁਐਸਚਨ ਨਹੀਂ, ਜਾਂ ਕਹਿ ਲਓ ਕਿ ਇੱਕ ਪੁਆਇੰਟ ਬਣਾਏ ਹੋਏ ਆ ਮੈਂ, ਜਾਂ ਇਹਨਾਂ ਵਿੱਚੋਂ ਜਿਹੜੇ ਬਣਨਗੇ ਉਹ ਵੀ ਨਾਲ ਲਿਖਾ ਦਿੰਦਾ। ਤਾਂ ਇਹ ਸਾਰੇ ਆਪਣੇ ਕੋਲ ਫਸਟ ਆਪਣੇ ਕੋਲ ਕੀ ਹੈਗਾ, ਫਸਟ ਹੈਗਾ कि 14 सितंबर 1949, ठीक है, को हिंदी को संविधान में संघ की राजभाषा का दर्जा दिया गया। ये तुसी पॉइंट लिखना है। फर्स्ट अपने को वन लाइनर है कि 14 सितंबर 1949 ਨੂੰ हिंदी को संविधान में संघ की राजभाषा का दर्जा दिया गया। इनका प्रश्न की बन सकता है कि कब हिंदी को संविधान में संघ की राजभाषा का दर्जा दिया गया। तो अपना आंसर क्या होगा, 14 सितंबर 1949। इनके विच एक होर क्वेश्चन तुसी कढ़ सकते हो कि हिंदी दिवस कब मनाया जाता है, हिंदी दिवस कब मनाया जाता है, तो वो अपना क्या होगा 14 सितंबर नूं हर वर्ष मनाया जाता है। ठीक है, दो कंसैप्ट क्लीयर हो गए। हुण दूसरा अपना वन लाइनर की बनता, दूसरा सरकारी कामकाज की भाषा राजभाषा कहलाती है। इत्थे जो पूछा जाए कि ये भी सीधा ही पूछा जा सकता है कि सरकारी कामकाज की भाषा डैश कहलाती है, तो तुसी की कहोगे राजभाषा। उत्थे ऑप्शनां दित्तियां होणगीਆਂ 1 2 4 3 कुछ भी, तो उत्थे तुसी आंसर की ला दोगे कि सरकारी भाषा को, ठीक है, या सरकारी कामकाज की भाषा को की कहते हैं, राजभाषा। क्लियर हो गया सेकंड भी। थर्ड अपने को की है, थर्ड पॉइंट बनता है कि संविधान की किस धारा के अनुसार भारतीय संघ को राजभाषा हिंदी एवं लिपि देवनागरी है। ठीक है, हुण इहदे विच देखो की बनता अपने कोले कि संविधान दे किहड़ी धारा सी, मैं तुहानूं कल भी दस्सिया सी नाल नाल कि जिंदे विच हिंदी नूं राजभाषा दा दर्जा मिलिया सी। एक तां सी जे ऑप्शन दे विच आ जे 343(1) तां वो राइट है, जे आ जे 343 तो 351 तक वो राइट है। जे अपने को पूछा जा सकता है कि किहड़ा इहदा भाग सीगा, तो भाग की आवांगे आपां 17वें भाग दे विच। ठीक है, किहड़े भाग दे विच सी अपने कोले 17वें भाग दे विच। नैक्सट की अपने कोले एक होर क्वेश्चन बनदा सी, चौथा क्वेश्चन भी मैं दस्सिया सी, जिहड़े बच्चों दा याद है वो मैनूं जरूर कमेंट करके दस्सण, जां मैं तुहानूं हुणे पुछ लैना कि 22 भाषावां, ठीक है, किहड़े अनुच्छेद विच ऐड कीतीआं गईआं। इहदा आंसर तुसीं कमेंट बॉक्स दे विच दस्सना। दोबारा फिर सुन लो क्वेश्चन कि 22 भाषावां नूं किहड़े अनुच्छेद विच मानता दी गई है, ऐड किया गया, कुछ भी बना के पूछा जा सकता है, तो ये तुसीं कमेंट बॉक्स दे विच आंसर करना है। तो हुण देखो उस तो बाद की अपने को 3 हो गए, तिन्नां दे भी तुहानूं 8 ही कराते क्योंकि विच पॉइंट भी दसते इन्हां दे। हुण अगला की बनता अपने को, अगला क्वेश्चन अपने को की बनता है कि उत्तर जिहड़े इहदे उत्तर प्रदेश है, उत्तरांचल है, मध्य प्रदेश है, ठीक है, झारखंड हो गया, बिहार हो गया, हिमाचल हो गया, हरियाणा हो गया, इन्हां दी जिहड़ी राजभाषा वो किहड़ी है, हिंदी है। इन्हां विचों एक स्टेट पूछी जाऊगी, लिख लो सारे बच्चे, मैं बोल देना। फर्स्ट अपने को उत्तर प्रदेश, उत्तर प्रदेश। नैक्सट अपने को की है उत्तरांचल,
इन्हां विचों कोई भी स्टेट लिख के हो सकता है कि पूछा जा सकता है कि इन्हां विचों किहड़े जिहड़ा कह लो कि हिंदी दी स्टेट हैगी है, राज हैगा किहड़ा हिंदी नाल कह लो कि सरकारी भाषा किहड़े स्टेट दी है। तो इहदा क्या आऊगा अपने कोले, कोई भी इहदे विचों स्टेट दित्ती हो सकती है। हुण अग्गों आ गया मध्य प्रदेश, ठीक है। फिर आ गया अपने कोले छत्तीसगढ़, छत्तीसगढ़। उस तो बाद सैकेंड अपने कोल की आ गया, नैक्सट है अपने को बिहार। बिहार तो बाद की आ गया, बिहार तो बाद आ गया अपने को झारखंड। इस तो बाद नहीं पूछा जाना, जो स्टेट आईया तो इन्होंने विचों ही आनगियां झारखंड। उस तो बाद अपने को की आ गया हिमाचल प्रदेश। इन्होंने जी इंग्लिश के जिन्हों कह दें आप ऑफिशियल लैंगुएज कि इन्हों की वो हिंदी है। उस तो बाद आ गया हरियाणा। ये कि इन्हों की की पूछा जा सकता है कि राजभाषा हिंदी इन्हों विचों किहड़ी स्टेट दी है। इन्होंने चारों चों सारियां चों एक नाम पिया होगा, उन्हें तुसी टिक ला के अपना आंसर दे होना, ठीक है। हुण नैक्सट क्वेश्चन नाल चलते हैं आप। नैक्सट क्वेश्चन किहड़ा बनदा अपने कोले 14 सितंबर वाला, आई थिंक सारे बच्चों को क्लीयर हो गया होना कि हर एक साल हिंदी दिवस मनाया जाता है। तो 14 सितंबर को जी राजभाषा में ऐड किया गया 1949। नैक्सट की बनता अपने को कि देवनागरी लिपि, देवनागरी लिपि किहड़ियां भाषावां दी है। नोट कर लियो, मोस्ट 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 इंपोर्टेंट क्वेश्चन। मैं बार बार कह रहा जेडे बच्चों ने हिंदी कंसैप्ट नहीं क्लीयर तो लैक्चर ना मिस करो कदे भी। हिंदी दी है, मराठी दी है, संस्कृत दी है, ठीक है, तो नेपाली दी है। देवनागरी लिपि है, ठीक है, हिंदी, मराठी, संस्कृत, नेपाली दी। इन्हां विचों एक नाम तुहानूं पूछया ही पूछया जाना है। नैक्सट चलते हैं आपां हुण देवनागरी लिपि की उत्पत्ति कित्थों हुई सी, किहड़ी लिपि तो हुई सी देवनागरी दी। तो वो अपना आंसर क्या आऊगा, ब्राह्मी लिपि तो। कित्थों हुई सी, ब्राह्मी लिपि तो। देवनागरी लिपि की उत्पत्ति कहाँ से हुई थी, तो वो अपना आंसर आऊगा ब्राह्मी लिपि से, ठीक है। मैं बार बार कह रहा इन्हां विचों सेम टू सेम क्वेश्चन पेपर दे विच पिया होना। नैक्सट अपने को भाषा के मुख रूप, भाषा के जिहड़े मुख मूल भाषा या कह लो हिंदी की मूल भाषा के मुख रूप किन्ने अपने को वो है 2। फर्स्ट की है अपने को मौखिक, नैक्सट की है लिखित। क्लीयर है। इन्हां बारे लास्ट लैक्चर तुहानूं मैं पूरी डिटेल दे विच दस्सिया सी। हुण आ गया अपने को मोस्ट इंपोर्टेंट एक होर क्वेश्चन। हुण मैनू वीडियो पॉज करके तुसीं जल्दी जल्दी दस दिओ कि भाषा दियां मुख कितनियां इकाइयां। जे किसी बच्चे नूं पता है तो वीडियो पॉज करके अपना आंसर दे सकते, जो तक मैं इरेज करदा या उदों तक आंसर दे सकते हो। उन्ना टाइम हैगा तुहाडे कोले। तो एक आ जिहड़ा आंसर है इहदा कमेंट जरूर करना तुसीं 22 भाषावां वाले दा। तो हुण मैं आंसर वाल चलदा कि भाषा दियां मुख इकाइयां, भाषा की मुख इकाई कितनी है जो पूछा जाए एग्जाम दे विच, तो अपना राइट आंसर की आ सकता है 5। राइट आंसर क्या आऊगा 5। फर्स्ट की है अपने को देखो, फर्स्ट दसन तो पहला थोड़ा मैं एक चीज़ दसदा कि कल जिवें कल बच्चे वाली एग्जाम्पल दी सी, वो कित्थों स्टार्ट होंदा बच्चा अपना, वो होंदा ध्वनि तो, ठीक है। ध्वनि तो की बनाना शुरू करता है, वर्ण बनाने शुरू करता है, ठीक है। कि कोई वर्ड्स बनते हैं, वर्ड्स वो प्रॉपर उन्होंने सार्थक रूप दिंदा किन्ना दा, शब्दां दा। शब्दां तो बाद की है वो बनाउंदा, वो उन्होंने पद दिंदा, ठीक है। हुण देखो एक मैं सेंटेंस दसदा तुहानूं कि राम रिहा है खेड़, खेड़ सॉरी, ठीक है, राम रिहा है खेड़। हुण इहदे विच की अपने कोले कि ਇਹ की बन गया अपने को। हुण बहुत बच्चे कहेंगे कि शब्द तो बाद वाक्य आ जाते हैं, वाक्य में मनना ये भी वाक्य ही है, ठीक है। राम रिहा है खेड़, हुण जे तुहानूं पुछे राम की कर रहे, राम रिहा खेड़, पर इनू प्रोपर वाक कदों मन्निया जाऊगा जदों हरेक शब्द अपने अपने पद ते होऊगा, अपनी अपनी जिहड़ी कह लो पोजीशन ते होऊगा, उदों इनू प्रोपर की मन्निया जाऊगा वाक्य। क्लीयर है। हुण देखो राम खेड़ रिहा है,
खेड रहा है, खेड रहा है। ठीक है, हुण लग गया पता। बहुत बच्चों का पद बारे नहीं पता होना, तो यह पोजीशन होंदी है किसी भी वर्ड की जिहड़ी वाक दे विच हुंदी है। ठीक है, जिवें आपां उन्हां नूं रखदे हुंदे आ सबजैक्ट, ऑबजैक्ट, ये उन्हां दीयां पोजीशन है, उन्हां नूं की कहंदे आ हिंदी विच पद। तो यही ये 5 इकाइयां। पहली इकाई की है ध्वनि, दूजी की है वर्ण, तीजी की है शब्द, चौथी की है पद, तो पंजवीं की है वाक्य। हुण इन्हां विच्चों ही क्वेश्चन बनणगे। एक क्वेश्चन मैं कम्यूनिटी दे विच पुछया सी, बहुत बच्चों का गलत सीगा वो क्वेश्चन, क्योंकि यही मैं तुहानूं पहलां कहा सी कि हिंदी की क्लास शुरू होने लई जिहड़े बच्चों ने इंटरस्ट है तो वो हिंदी जरूर लाण क्लास। तो फस्ट मैं एक क्वेश्चन इहदे विचों ध्यान रखियो, 5 क्वेश्चन बना के दूंगा तुहानूं। भाषा की सबसे छोटी इकाई, ठीक है, वो मिनट च बच्चे दस दिंदे की होगी, की हो सकती है, ये भी तुसीं कमेंट करके दस दो जल्दी जल्दी कि भाषा की सबसे छोटी इकाई। तो अपना राइट आंसर क्या होगा इहदी? वर्ण। इकाई किनूं मन्निया जांदा है? सब तो छोटी नूं वर्ण। देखो हुण बहुत बच्चे इहदे च भी कन्फ्यूज होणगे। सैकेंड क्वेश्चन की बनूगा, किन्ने रूप होंदे आ? 2, मौखिक ते लिखित। भाषा की मौखिक, ठीक है, भाषा की मौखिक सबसे छोटी मौखिक इकाई किहड़ी है? वो है ध्वनि। सब तो छोटी मौखिक इकाई जे पूछा जाए, सब तो छोटी मौखिक इकाई किहड़ी है? भाषा की सबसे छोटी मौखिक इकाई ध्वनि। वैसे पूछ लैन कि भाषा की सबसे छोटी इकाई वर्ण, ये चीज़ां तुहानूं बहुत घट देखने को मिलणगीआं। तो एक होर, हुण मौखिक हो गया, हुण आ गया लिखित। भाषा की सबसे छोटी लिखित इकाई, लिखित च की आऊगा? वर्ण। सबसे छोटी लिखित इकाई पूछ लैन तो क्या आऊगा? वर्ण। जे सब तो छोटी तो पूछ लैन लिखित तो वर्ण आऊगा, जे पूछ लैन मौखिक तो अपनी ध्वनि आऊगी। 3 क्वेश्चन बन गए। हुण चौथे वाल चलते हैं आपां कि भाषा की सबसे छोटी अर्थ की इकाई, अर्थयुक्त इकाई। अर्थ किंदे विच हुंदा अपने कोले? वर्ण जदों जोड़ के अर्थ बन जाता है तो वो की कहंदे आ? शब्द। ठीक है, उनका आंसर क्या आऊगा? शब्द आंसर आऊगा। भाषा की सबसे छोटी अर्थयुक्त इकाई। मोस्ट इंपोर्टेंट क्वेश्चन मैं तुहानूं दस्सण लग्या कौन? भाषा की भाव के आधार पे, ठीक है, भाषा की भाव के आधार पे कौन सी इकाई है? तो अपना राइट आंसर क्या होगा? भाव के आधार तो की मन्नी जाती है? वाक्य। क्योंकि इहदे पूरा पूरा एक भाव होंदा, जिवें राम खेड रहा है, उन्हें दस्सिया ना तुहानूं मैं कि राम खेड रहा है। तो एक इहनूं उल्टा के भी पूछा जा सकता है कि भाषा का सब तो वड्डा अंग किहड़ा है? तो अंग भी की आऊगा अपने कोले? वाक्य। नोट करते रहो, ज़्यादा नहीं तो मैं तुहानूं 25 तो 30 इहदे विच क्वेश्चन करा चुके हैं इसे लैक्चर दे विच, जिहड़े बच्चों ने ध्यान नाल सुनिया। हुण लास्ट क्वेश्चन अज दे लैक्चर का, बहुत चांसिस है कि थोनू इस रिलेटेड या यही क्वेश्चन बनया बनाया आ जा सकता है। इनू लिख लो, ठीक है, नाल पा लियो। मोस्ट इंपोर्टेंट यही क्वेश्चन उवें भी बनया जा सकता है, जिन्होंने थोड़ा जिहा उल्टा के पूछा जा सकता है। ये जरूर आउट ऑफ कंसैप्ट जिहड़ा कॉन्टैक्सट मन्निया जा सकता है, तो पर यह क्वेश्चन जरूर नोट कर लियो। बाद दे विच मेरे ना माइंड च स्किप होए, मैनूं हुणे माइंड च आया। थोड़े एक हैगा मुहावरे ते लकोक्तियाँ। मुहावरे अज दा लास्ट ही है, कोई टेंशन ना लो। लकोक्तियाँ इहदे विच की है क्वेश्चन, इन्हूं दोवां नूं टॉपिक नूं लैके पूछा जा सकता है। मुहावरे लकोक्तियाँ विच संबंध, ठीक है, या पूछा जा सकता मुहावरे लकोक्ति की है। हुण उत्थे ऑप्शन फस्ट दित्ती हुई है, उहदे च फस्ट ऑप्शन आपां दित्ती है कि मुहावरा जिहड़ा, ठीक है, वो वाकांश है ते लकोक्ति वाक्य। क्लीयर है? ध्यान नाल सुन लियो ऑप्शन। सैकेंड की है अपने कोले? सैकेंड अपने कोल हैगा कि मुहावरा जिहड़ा वो वाक्य है ते लकोक्ति की है? वाकांश है। क्लीयर है? हुण नैक्सट की बनता अपने कोले? लकोक्ति भी वाक्य है ते मुहावरा भी वाक्य है। फोर्थ की बनता है? फोर्थ अपने को बनता है मुहावरा ते लकोक्ति दोनों ही वाकांश है। हुण देखो इहदे विच अपना सही आंसर क्या होगा? आंसर नोट कर लियो सारे बच्चे जिन्होंने सही करना है। हुण इहदे विच आंसर अपने को ऑप्शन आऊगी कि लकोक्ति की है? लकोक्ति अपने को की है? लिख लियो, लकोक्ति है वाक्य है ते मुहावरा की है? वाकांश। बस ये बनया बनाया क्वेश्चन आ जाऊगा। जे इहदे विचों आया तो बनया बनाया क्वेश्चन आ, वो 1 नंबर थोड़ा फिक्स पक्का। किसी ने इन्नी डीपली हिंदी नहीं करानी, पेड भी जाओगे कल्ले थोनों MCQ बना के तोड़ दिता जाऊगा 8-8 10-10 15-15 हज़ार रुपया लैके। ठीक है, कोई इन्ना डीपली कंसैप्ट नहीं कराना। कोई मैनू दिखा दिओ पंजाबी दे विच थोनों स्पैशली इन्ना डीपली किसी ने जिहड़ा
ਡੂੰਘਾ ਜਿਹੜਾ ਕਹਿ ਲਓ ਕਿ 2 ਲੈਕਚਰਾਂ ਦੇ ਵਿੱਚ ਇਕੱਲੀ ਭਾਸ਼ਾ ਤੇ ਤੁਹਾਨੂੰ ਬੋਲੀਆਂ ਹੀ ਕਰਾਈਆਂ ਹੋਣ, ਤੇ ਉਹਦੇ ਵਿੱਚੋਂ ਇੰਨੇ ਜ਼ਿਆਦਾ ਕੁਐਸਚਨ ਬਣਾ ਕੇ ਦਿੱਤੇ ਹੁਣ ਸਿਰਫ ਇੱਕ ਟੌਪਿਕ ਦੇ ਵਿੱਚੋਂ। ਸਮਝ ਲਓ ਆਪਣਾ ਇੱਕ ਟੌਪਿਕ ਤੁਹਾਡੇ ਪੇਪਰ ਦੇ ਹਿਸਾਬ ਨਾਲ ਕੰਪਲੀਟ ਹੋ ਗਿਆ। ਇਹਨਾਂ ਤੋਂ ਇਲਾਵਾ ਆਪਾਂ ਹੋਰ ਬਣਾਵਾਂਗੇ ਕੁਐਸਚਨ, ਪਰ ਉਹ ਕਰਾਂਗੇ ਐਂਡ ਤੇ। ਹੁਣ ਨੈਕਸਟ ਆਪਣਾ ਕੀ ਕਰਾਂਗੇ, ਵਰਨ ਵਿਚਾਰ, ਉਹ ਕਰਾਂਗੇ ਆਪਾਂ ਕੱਲ ਤੋਂ ਸ਼ੁਰੂ। ਜੇ ਇਹਦੇ ਵਿੱਚ ਕੋਈ ਡਾਊਟ ਹੋਇਆ ਤਾਂ ਦੱਸ ਦਿਓ। ਇੱਕ ਬੱਚੇ ਦਾ ਕੁਐਸਚਨ ਸੀ, ਆਈ ਥਿੰਕ ਦਿਕਸ਼ਾ ਜੀ ਨੇ ਪੁੱਛਿਆ ਸੀਗਾ, ਮਾਈਂਡ ਤੋਂ ਸਕਿਪ ਹੋ ਗਿਆ ਮੇਰੇ, ਤਾਂ ਉਹਨਾਂ ਦਾ ਕਹਿਣਾ ਸੀਗਾ, ਉਹ ਵੀ ਬੋਲੀ ਦੇ ਨਾਲ ਰਿਲੇਟਡ ਸੀ। ਉਹਨਾਂ ਨੂੰ ਮੈਂ ਕਿਹਾ ਸੀ ਵੀਡੀਓ 'ਚ ਦੱਸੂਗਾ ਕਿ ਬੋਲੀ ਦੇ ਵਿੱਚ ਵੀ ਲਿਖਤ ਰੂਪ ਵਿੱਚ ਆਪਾਂ ਕਹਿ ਲਓ ਕਿ ਜਿਹੜਾ ਸਾਹਿਤ ਬਣਾ ਸਕਦੇ ਹਾਂ। ਆਈ ਥਿੰਕ ਇਹੀ ਕੁਐਸਚਨ ਸੀ ਉਹਨਾਂ ਦਾ ਕਿ ਬੋਲੀ ਦੇ ਵਿੱਚ ਸਾਹਿਤ ਲਿਖਿਆ ਜਾ ਸਕਦਾ, ਕਿਉਂਕਿ ਆਪਾਂ ਇਹ ਕਹਿੰਦੇ ਹਾਂ ਨਾ ਕਿ ਬੋਲੀ ਦੇ ਵਿੱਚ ਨਹੀਂ ਲਿਖਿਆ ਜਾ ਸਕਦਾ। ਬੋਲੀ ਦੇ ਵਿੱਚ ਉਹਨਾਂ ਨੂੰ ਮੈਂ ਦੱਸਣਾ ਚਾਹੂੰਗਾ ਕਿ ਬੋਲੀ ਦੇ ਵਿੱਚ ਸਾਹਿਤ ਉਦੋਂ ਲਿਖਿਆ ਜਾ ਸਕਦਾ ਹੈ ਜਦੋਂ ਉਹਦੇ ਕਹਿ ਲਓ ਸਾਰਥਕ ਵਰਡ ਭਾਸ਼ਾ ਦੇ ਨਾਲ ਰਲਦੇ ਮਿਲਦੇ ਹੋਣ। ਠੀਕ ਹੈ, ਹੁਣ ਜਿਵੇਂ ਆਪਣੀ ਇੱਕ ਪੰਜਾਬੀ ਦੇ ਵਿੱਚ ਕਰਾਊਂਗਾ ਕਿ ਇੱਕ ਆਪਣੀ ਉਪਬੋਲੀ ਸੀ, ਇੱਕ ਉਪਬੋਲੀ ਸੀ ਆਪਣੀ, ਉਪਭਾਸ਼ਾ ਜਿਹਨੂੰ ਉਪਭਾਸ਼ਾ ਸੀ ਆਪਣੀ, ਜਿਹਨੂੰ ਕੀ ਹੈ ਉਹਨਾਂ ਨੇ ਭਾਸ਼ਾ ਬਣਾਤਾ ਸੀ, ਤਾਂ ਉਹਦੇ ਵਿੱਚ ਉਸ ਬੋਲੀ ਦੇ ਵਿੱਚ ਸਾਹਿਤ ਲਿਖਿਆ ਗਿਆ ਸੀਗਾ। ਤਾਂ ਉਵੇਂ ਜ਼ਰੂਰ ਜੇ ਪੁੱਛਿਆ ਜਾਵੇ ਤਾਂ ਵੈਸੇ ਇਹਦਾ ਆਨਸਰ ਟਿਪੀਕਲੀ ਜੇ ਸੋਚਿਆ ਜਾਵੇ ਤਾਂ ਨਾ ਆਊਗਾ, ਪਰ ਲਿਖਿਆ ਜਾ ਸਕਦਾ ਉਦੋਂ ਜਦੋਂ ਉਹਦੇ ਵਿੱਚ ਕੀ ਹੈ ਮੀਨਿੰਗ ਚੱਕੇ ਜਾ ਸਕਣ, ਜਦੋਂ ਮੀਨਿੰਗ ਬਣਦੇ ਹੋਣ, ਉਦੋਂ ਬੋਲੀ ਦੇ ਵਿੱਚ ਸਾਹਿਤ ਨੂੰ ਲਿਖਿਆ ਜਾ ਸਕਦਾ। ਜਿਵੇਂ ਆਪਣੀ ਟਕਸਾਲੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਟਕਸਾਲੀ ਆਪਣੀ ਜਿਹੜੀ ਕਹਿ ਲਓ ਪੰਜਾਬੀ ਦੀ ਕਿਹੜੀ ਮੰਨੀ ਜਾਂਦੀ ਹੈ, ਮਾਝੀ ਮੰਨੀ ਜਾਂਦੀ ਹੈ। ਠੀਕ ਹੈ, ਇਹ ਕੀ ਹੈ ਉਪਬੋਲੀ, ਤਾਂ ਇਹਦੇ ਵਿੱਚ ਕੀ ਲਿਖਿਆ ਜਾਂਦਾ, ਸਾਹਿਤ ਲਿਖਿਆ ਜਾਂਦਾ। ਉਹ ਇੱਕ ਪ੍ਰੋਪਰ ਹੁੰਦੀ ਹੈ ਜਿਹਨੂੰ ਮਾਨਤਾ ਪ੍ਰਾਪਤ ਹੁੰਦੀ ਹੈ ਜਿਸ ਬੋਲੀ ਨੂੰ, ਉਹਦੇ ਵਿੱਚ ਲਿਖਿਆ ਜਾ ਸਕਦਾ, ਹਰ ਇੱਕ ਦੇ ਵਿੱਚ ਨਹੀਂ ਲਿਖਿਆ ਜਾ ਸਕਦਾ। ਬਸ ਇਸ ਚੀਜ਼ ਨੂੰ ਯਾਦ ਰੱਖਿਓ ਕਿ ਹਰ ਇੱਕ ਬੋਲੀ ਦੇ ਵਿੱਚ ਸਾਹਿਤ ਨਹੀਂ ਲਿਖਿਆ ਜਾ ਸਕਦਾ, ਸਿਰਫ ਉਸ ਬੋਲੀ ਦੇ ਵਿੱਚ ਸਾਹਿਤ ਲਿਖਿਆ ਜਾ ਸਕਦਾ ਜਿਹੜੀ ਨੂੰ ਟਕਸਾਲੀ ਬੋਲੀ ਜਾਂ ਮੂਲ ਬੋਲੀ ਹੋਣ ਦਾ ਮਾਣ ਪ੍ਰਾਪਤ ਹੈ। ਬਸ ਇਸ ਚੀਜ਼ ਯਾਦ ਰੱਖ ਲਿਓ, ਕਿਉਂਕਿ ਜਿਹੜਾ ਸਾਹਿਤ ਲਿਖਣ ਵਾਸਤੇ ਆਪਾਂ ਨੂੰ ਵਿਆਕਰਨ ਦੀ ਨੌਲੇਜ ਹੋਣੀ ਜ਼ਰੂਰੀ ਹੈ, ਪਰ ਬੋਲੀ ਦੇ ਵਿੱਚ ਵਿਆਕਰਨ ਨਹੀਂ ਹੁੰਦਾ, ਫਿਰ ਉਸ ਦੇ ਲਈ ਸਾਹਿਤ ਨੂੰ ਆਪਾਂ ਨਹੀਂ ਲਿਖ ਸਕਦੇ। ਪਰ ਮਾਝੀ ਦੇ ਵਿੱਚ ਲਿਖਿਆ ਜਾਂਦਾ ਕਿਉਂਕਿ ਉਹਨੂੰ ਟਕਸਾਲੀ ਬੋਲੀ ਹੋਣ ਦਾ ਮਾਣ ਪ੍ਰਾਪਤ ਹੈ। ਇਹ ਸੀ ਆਪਣਾ ਅੱਜ ਦਾ ਕੰਸੈਪਟ। ਨਾ ਕਿਸੇ ਨੂੰ ਸਮਝ ਲੱਗਿਆ ਤਾਂ ਜ਼ਰੂਰ ਦੱਸਿਓ। ਮਿਲਦੇ ਆਪਾਂ ਨੈਕਸਟ ਲੈਕਚਰ ਦੇ ਵਿੱਚ। ਤਾਂ ਇਹ ਵੀ ਦੱਸ ਕੇ ਜਾਇਓ ਕਿ ਸਮਝ ਲੱਗ ਰਹੀ ਹੈ ਜਾਂ ਉੱਪਰੋਂ ਲੰਘ ਰਿਹਾ, ਤਾਂ ਕਮੈਂਟ ਜ਼ਰੂਰ ਕਰ ਦਿਆ ਕਰੋ।